ਖਾਨੀ ਛੰਤ ਲੱਦਾ ਸਿੱਖ ਲਾਹੌਰ ਮੈਂ ਤੇ ਬੜ ਵਡਿਆਈ ਕਈ ਬਾਰ ਗੁਰਦਾਸ ਨੇ ਸ਼ੁਭ ਸਤਤ ਉਚਾਰੀ ਤਿਸ ਕੇ ਸਮ ਦੂਸਰ ਨਹੀਂ ਅਸ ਪਰ ਉਪਕਾਰੀ ਸੋ ਬਖਸ਼ਾਵੇਂਗੇ ਮੈਂ ਨਿਸ਼ਚੈ ਅਸ ਠਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ। ਐਸੇ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਸ਼ਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਵਾਲੀਏ ਕੁਲ ਆਲਮ ਜਾਗਤ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਆਪ ਜੀ ਨਿਤਾ ਬ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਰਬੀ ਬਾਣੀ ਦੇ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਜਾ ਕੇ ਭਾਈ ਬਲਵੰਡ ਤੇ ਭਾਈ ਸੱਤੇ ਨੂੰ ਕਿ ਚਲੋ ਚੱਲ ਕਰਕੇ ਗੁਰਬਾਣੀ ਦਾ ਕੀਰਤਨ ਕਰੋ, ਗੁਰੂ ਨਾਨਕ ਦੇ ਘਰ ਵਿੱਚ ਖਜ਼ਾਨੇ ਦੀ ਕੋਈ ਕਮੀ ਨਹੀਂ, ਬਹੁਤ ਮਿਲ ਜਾਵੇਗਾ। ਇਹਨਾਂ ਨੇ ਸੁਣ ਕੇ ਹੋਰ ਅੱਗੋਂ ਖੋਟੇ ਸ਼ਬਦ ਕਹੇ, ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਾਕੀ ਗੁਰੂ ਸਾਹਿਬਾਨ ਦੀ ਵੀ ਨਿੰਦਿਆ ਕੀਤੀ। ਗੁਰੂ ਨਾਨਕ ਜੀ ਨੂੰ ਮਰਦਾਨਾ ਜੀ ਨੇ ਪ੍ਰਗਟ ਕੀਤਾ। ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਦਾਨਾ ਰਬਾਬੀ ਹੋਇਆ, ਉਹ ਕੀਰਤਨ ਕਰਦਾ ਰਿਹਾ। ਗੁਰੂ ਅਮਰਦਾਸ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਭਾਈ ਦਾਲਾ ਜੀ ਹੋਏ ਨੇ, ਉਹ ਕੀਰਤਨ ਕਰਦੇ ਰਹੇ ਰਬਾਬੀ।
ਤਾਂ ਕਰਕੇ ਸੰਸਾਰ ਉਹਨਾਂ ਨੂੰ ਗੁਰੂ ਕਰਕੇ ਜਾਣਦਾ ਸੀ। ਸਤਿਗੁਰੂ ਜੀ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਕੀ ਗੁਰੂ ਸਾਹਿਬਾਨ ਦੀ ਨਿੰਦਿਆ ਨੂੰ ਨਹੀਂ ਸੁਣ ਸਕੇ, ਧਰਕਾਰਾਂ ਪਾਉਂਦੇ ਆ ਗਏ ਨੇ। ਤੜਾ ਸਾਹਿਬ ਦੇ ਸਥਾਨ ਤੇ ਬੈਠੇ ਨੇ ਤੇ ਸਿੱਖਾਂ ਨੂੰ ਕਿਹਾ ਕਿ ਸਾਜ ਫੜੋ ਤੇ ਕੀਰਤਨ ਕਰੋ। ਅੱਜ ਤੋਂ ਬਾਅਦ ਇਹ ਦਾਤ ਅਸੀਂ ਗੁਰਸਿੱਖਾਂ ਨੂੰ ਬਖਸ਼ਦੇ ਹਾਂ। ਉਸ ਵਕਤ ਰਬਾਬੀਆਂ ਵਾਂਗ ਰਾਗੀ ਸਿੰਘਾਂ ਦੀ ਸੰਪਰਦਾ ਜੇ ਕਾਇਮ ਨਹੀਂ ਸੀ ਹੋਈ। ਰਬਾਬੀ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਜਾਂ ਸਿੱਖ ਸੰਗਤਾਂ ਜੋਟੀਆਂ ਦੇ ਵਿੱਚ ਮਿਲ ਕੇ ਸ਼ਬਦ ਪੜ੍ਹਦੀਆਂ। ਤੇ ਜਿਸ ਦਿਨ ਤੋਂ ਭਾਈ ਬਲਵੰਡ ਤੇ ਭਾਈ ਸੱਤਾ ਜੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ, ਉਸ ਦਿਨ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜਿਹੜੀ ਦਾਤ ਸੀ ਉਹ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਰਾਗੀਆਂ ਦੀ ਸੰਪਰਦਾ ਜਿਹੜੀ ਸੀ ਉੱਥੋਂ ਕਾਇਮ ਹੋਈ। ਤੇ ਇੱਧਰ ਹੁਣ ਭਾਈ ਲੱਧਾ ਤੇ ਭਾਈ ਸੱਤਾ, ਜਿਨ੍ਹਾਂ ਦੇ ਜਿਹੜੇ ਮੂੰਹ ਚੋਂ ਇਹ ਬੋਲ ਵੀ ਨਹੀਂ ਸੁਣ ਸਕਦੇ ਚੰਗੀ ਤਰ੍ਹਾਂ, ਤੇ ਸਰੀਰ ਜਿਹੜਾ ਸੀ ਉਹ ਫਿੱਟ ਗਿਆ। ਬੜਾ ਦੁੱਖ ਬੜਾ ਕਸ਼ਟ ਆਇਆ। ਹੁਣ ਥਾਂ ਥਾਂ ਤੇ ਫਿਰਦੇ ਨੇ, ਦਰ ਦਰ ਤੇ ਠੋਕਰਾਂ ਖਾਂਦੇ ਫਿਰਦੇ ਨੇ, ਕੋਈ ਮੂੰਹ ਲਾਉਣ ਲਈ ਤਿਆਰ ਨਹੀਂ। ਗੁਰੂ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕਰ ਦਿੱਤਾ ਸੀ ਕਿ ਜਿਹੜਾ ਇਹਨਾਂ ਨੂੰ ਮੂੰਹ ਲਾਵੇਗਾ ਉਹ ਵੀ ਦੁੱਖ ਪਾਵੇਗਾ, ਜਿਹੜਾ ਇਹਨਾਂ ਦੀ ਬੇਨਤੀ ਲੈ ਕੇ ਸਾਡੇ ਕੋਲ ਆਵੇਗਾ ਅਸੀਂ ਉਹਦਾ ਵੀ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਨਗਰ ਵਿੱਚ ਫੇਰਾਂਗੇ। ਹੁਣ ਸਤਿਗੁਰੂ ਜੀ ਦਾ ਇਹ ਹੁਕਮ ਹੈ, ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਨਹੀਂ ਲਾਉਂਦਾ। ਜਿੱਥੇ ਵੀ ਜਾਂਦੇ ਨੇ ਦੁਰਕਾਰਦੇ ਨੇ, ਧੱਕੇ ਪੈਂਦੇ ਨੇ। ਇਹ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਬਾਹਰ ਨਿਕਲਦੇ ਨੇ, ਉੱਥੋਂ ਵੀ ਇਹੀ ਹਾਲਤ ਹੈ ਇਹਨਾਂ ਦੀ। ਬਹੁਤ ਮਾੜਾ ਸਮਾਂ ਜਿਹੜਾ ਸੀ ਉਹ ਆਣ ਬਣਿਆ। ਘਰ ਵਿੱਚ ਦਲਿਦਰੀ ਆ ਗਈ, ਤਨ ਤੇ ਰੋਗ ਆ ਗਿਆ, ਕੰਗਾਲ ਹੋ ਗਏ, ਬੜਾ ਦੁੱਖ ਪਾਉਣ ਲੱਗੇ। ਹੁਣ ਝੂਰਦੇ ਨੇ ਮਨ ਅੰਦਰ ਕਿ ਅਸੀਂ ਗੁਰੂ ਦੀ ਮਹਿਮਾ ਨੂੰ ਜਾਣਿਆ ਨਹੀਂ। ਸਤਿਗੁਰੂ ਜੀ ਸਾਡੇ ਘਰ ਵਿੱਚ ਚੱਲ ਕੇ ਆਏ, ਅਸੀਂ ਉੱਠ ਕੇ ਸਤਿਕਾਰ ਨਹੀਂ ਕੀਤਾ। ਇੰਨੇ ਅਸੀਂ ਹੰਕਾਰੀ ਹੋ ਗਏ। ਤੇ ਹੁਣ ਦੇਖਦੇ ਨੇ ਕਿ ਕਿਵੇਂ ਅਸੀਂ ਬਖਸ਼ੇ ਜਾ ਸਕਦੇ ਹਾਂ, ਕੌਣ ਬਖਸ਼ਾ ਸਕਦਾ ਹੈ। ਤੇ ਧਿਆਨ ਗਿਆ ਭਾਈ ਲੱਧਾ ਜੀ ਵੱਲ, ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਜੀ ਤੋਂ ਕਈ ਵਾਰੀ ਸੁਣਿਆ ਸੀ, ਕਿਉਂਕਿ ਭਾਈ ਲੱਧਾ ਜੀ ਪਰਉਪਕਾਰੀ ਸਨ। ਹੁਣ ਮਨ ਅੰਦਰ ਇਹ ਖਿਆਲ ਲਿਆ ਕਰਕੇ ਇਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚਾਲੇ ਪਾ ਦਿੱਤੇ ਨੇ ਲਾਹੌਰ ਵੱਲ। ਲਾਹੌਰ ਪਹੁੰਚੇ ਨੇ, ਭਾਈ ਲੱਧਾ ਜੀ ਦਾ ਘਰ ਪੁੱਛ ਕੇ ਹੁਣ ਉਸ ਘਰ ਵੱਲ ਜਾ ਰਹੇ ਨੇ। ਆਓ ਇਥੋਂ ਅਗਲੇਰੇ ਪ੍ਰਕਰਣ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨੀ ਛੰਦ ਲੱਦਾ ਲੱਦਾ ਸਿੱਖ ਲਾਹੌਰ ਮੈਂ ਤੇ ਬੜ ਵਡਿਆਈ। ਹੁਣ ਕਈ ਵਾਰ ਇਹਨਾਂ ਨੇ ਸੁਣਿਆ ਸੀ ਕਿ ਲਾਹੌਰ ਦੇ ਰਹਿਣ ਵਾਲੇ ਭਾਈ ਲੱਧਾ ਜੀ, ਜਿਨ੍ਹਾਂ ਦੀ ਵੱਡੀ ਵਡਿਆਈ ਹੈ, ਜਿਨ੍ਹਾਂ ਦਾ ਮਹਾਨ ਸੁਜਸ ਸਿੱਖ ਸੰਗਤਾਂ ਕਰਦੀਆਂ ਹਨ। ਕਈ ਵਾਰ ਗੁਰਦਾਸ ਨੇ ਸ਼ਬਦ ਸਤ ਤੇ ਉਚਾਰੀ, ਤੇ ਕਈ ਵਾਰੀ ਭਾਈ ਗੁਰਦਾਸ ਜੀ ਨੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਉਸਤਤ ਕੀਤੀ ਹੈ,
ਉਹਨਾਂ ਦੇ ਪਰਉਪਕਾਰ ਦੇ ਬਾਬਤ, ਉਹਨਾਂ ਦੇ ਗੁਣਾਂ ਦੇ ਬਾਬਤ ਕਈ ਵਾਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕੇ ਸਮ ਦੂਸਰ ਅਸ ਪਰ ਉਪਕਾਰੀ। ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਭਾਈ ਲੱਧਾ ਜੀ ਦੇ ਸਮਾਨ ਕੋਈ ਪਰਉਪਕਾਰੀ ਨਹੀਂ, ਉਹਨਾਂ ਦੇ ਕੋਈ ਬਰਾਬਰੀ ਨਹੀਂ ਕਰ ਸਕਦਾ, ਵੱਡੇ ਪਰਉਪਕਾਰੀ ਹਨ। ਸੋ ਬਖਸ਼ਾਵੇ ਕੋ ਹਮੈ ਨਿਸ਼ਚੈ ਅਸਠਾਨੀ। ਤੇ ਹੁਣ ਇਹਨਾਂ ਨੇ ਮਨ ਅੰਦਰ ਨਿਸ਼ਚਾ ਜਿਹੜਾ ਸੀ ਉਹ ਧਾਰਨ ਕਰ ਲਿਆ, ਇਹ ਭਰੋਸਾ ਬਣਾਇਆ ਮਨ ਅੰਦਰ ਕਿ ਜੇ ਸਾਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਕੋਈ ਬਖਸ਼ਾ ਸਕਦਾ, ਕੋਈ ਮੁਆਫ ਕਰਵਾ ਸਕਦਾ ਤੇ ਉਹ ਹਨ ਭਾਈ ਲੱਧਾ ਜੀ। ਲਾਪੁਰ ਕੋ ਗਮਨੈ ਜੁਗਲ ਸਭ ਕਰ ਮਦਹਾਨੀ। ਤੇ ਹੁਣ ਸਾਰੀਆਂ ਤਿਆਰੀਆਂ ਕਰਕੇ ਇਹ ਲਾਹੌਰ ਨੂੰ ਚੱਲਣ ਦੇ ਇਹਨਾਂ ਨੇ ਤਿਆਰੀ ਕੀਤੇ ਹਨ। ਲਾਪੁਰ ਕੋ ਗਮਨੇ ਜੁਗਲ ਕਰ ਸਭ ਕਰ ਮਦਹਾਨੀ। ਏਕ ਨਿਸਾ ਬਸ ਪੰਥ ਮੈਂ ਪਹੁੰਚੇ ਤਿਸ ਥਾਈ। ਤੇ ਹੁਣ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਲਾਹੌਰ ਵੱਲ ਨੂੰ ਤੁਰਦਿਆਂ ਹੋਇਆਂ ਇੱਕ ਰਾਤ ਜਿਹੜੀ ਹੈ ਉਹ ਰਸਤੇ ਵਿੱਚ ਬਤੀਤ ਕੀਤੀ ਹੈ। ਇੱਕ ਰਾਤ ਰਸਤੇ ਵਿੱਚ ਬਿਤਾ ਕੇ ਦੂਸਰੇ ਦਿਨ ਲਾਹੌਰ ਪਹੁੰਚੇ ਹਨ। ਫਿਰਤ ਮਿਟੈ ਸਿੱਖ ਗਰੀ ਮੈਂ ਪੁੱਤ ਡਰ ਜਾਵਾਂ। ਤੇ ਹੁਣ ਇਹ ਦੋਨੋਂ ਜਣੇ ਭਾਈ ਲੱਧਾ ਜੀ ਦਾ ਘਰ ਪੁੱਛਦੇ ਨੇ। ਗਲੀ ਵਿੱਚ ਜਿਹੜਾ ਵੀ ਕੋਈ ਸਿੱਖ ਮਿਲਦਾ, ਜਦੋਂ ਇਹਨਾਂ ਨੂੰ ਅੱਗੋਂ ਆਉਂਦਿਆਂ ਹੋਇਆਂ ਦੇਖਦਾ ਹੈ ਤੇ ਇਹਨਾਂ ਨੂੰ ਦੇਖ ਕੇ ਸਿੱਖ ਜਿਹੜੇ ਹਨ ਉਹ ਇੱਧਰ ਉੱਧਰ ਟਲ ਜਾਂਦੇ ਨੇ, ਇਹਨਾਂ ਦੇ ਮੱਥੇ ਨਹੀਂ ਲੱਗਦੇ। ਉਹ ਸਿੱਖ ਪਤਨ ਦੁਰਾਏ ਨਿਜ ਅੰਜਰ ਕੋ ਡਰੈ। ਤੇ ਜੇ ਕੋਈ ਸਾਹਮਣੇ ਆ ਵੀ ਜਾਂਦਾ ਸਿੱਖ ਤਾਂ ਇਹਨਾਂ ਨੂੰ ਦੇਖ ਕੇ ਪੱਲਾ ਜਿਹੜਾ ਸੀ ਉਹ ਆਪਣੇ ਮੁੱਖ ਤੇ ਲੈ ਲੈਂਦਾ, ਪੱਲੇ ਦੇ ਨਾਲ ਆਪਣਾ ਮੁੱਖ ਢੱਕ ਲੈਂਦਾ। ਨੈ ਦਿਖਾਏ ਮੁਖ ਆਪਨੋ ਨੈ ਤਿਨੋ ਨਿਆਰੈ। ਤੇ ਨਾ ਤਾਂ ਗੁਰੂ ਕਾ ਸਿੱਖ ਇਹਨਾਂ ਤਰਕਾਰਿਆਂ ਹੋਇਆਂ ਨੂੰ ਆਪਣਾ ਮੁੱਖ ਵਿਖਾਉਂਦਾ ਤੇ ਨਾ ਹੀ ਇਹਨਾਂ ਦੇ ਮੁੱਖ ਵੱਲ ਵੇਖਦਾ। ਮਹਾ ਅਗੀ ਸਮ ਜਾਣ ਕੈ ਬੋਲੇ ਨੈ ਕੋਈ। ਵੱਡੇ ਪਾਪੀ ਜਾਣ ਕੇ ਕਿ ਇਹਨਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਬਾਕੀ ਗੁਰੂ ਸਹਿਬਾਨ ਦੀ ਨਿੰਦਿਆ ਕੀਤੀ, ਐਸੇ ਅਪ ਸ਼ਬਦ ਕਹੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਤਿਕਾਰ ਨਹੀਂ ਕੀਤਾ। ਵੱਡੇ ਪਾਪੀ ਜਾਣਦਿਆਂ ਹੋਇਆਂ ਇਹਨਾਂ ਦੇ ਨਾਲ ਕੋਈ ਬੋਲਦਾ ਨਹੀਂ, ਕੋਈ ਬੋਲ ਚਾਲ ਨਹੀਂ ਕਰਦਾ। ਏ ਗੁਰ ਕੋ ਸਰਾਪਤ ਮਾ ਕਿਤ ਮਿਲੈ ਨਾ ਢੋਈ। ਹੁਣ ਮਨ ਚ ਵਿਚਾਰਦੇ ਨੇ ਕਿ ਗੁਰੂ ਘਰ ਵੱਲੋਂ ਸਰਾਪੇ ਹੋਏ ਨੇ, ਗੁਰੂ ਘਰ ਵੱਲੋਂ ਤਰਕਾਰੇ ਹੋਏ ਨੇ, ਤੇ ਜਿਹੜਾ ਗੁਰੂ ਘਰ ਵੱਲੋਂ ਸਰਾਪਿਆ ਜਾਂਦਾ, ਤਰਕਾਰਿਆ ਜਾਂਦਾ ਹੈ, ਉਹਨੂੰ ਇਸ ਸੰਸਾਰ, ਇਸ ਲੋਕ ਵਿੱਚ ਤਾਂ ਕੀ, ਉਹਨੂੰ ਪਰਲੋਕ ਵਿੱਚ ਵੀ ਢੋਈ ਨਹੀਂ ਮਿਲਦੀ। ਪਹੁੰਚੇ ਲੱਦੇ ਕੇ ਸਦਨ ਕਿਨ ਜਾਏ ਸੁਨਾਵਾ। ਹੁਣ ਪੁੱਛਦਿਆਂ ਪਛਾਉਂਦਿਆਂ ਭਾਈ ਲੱਧਾ ਜੀ ਦੇ ਘਰ ਦੀ ਭਾਲ ਕਰਦਿਆਂ ਜਦੋਂ ਭਾਈ ਲੱਧਾ ਜੀ ਦੇ ਘਰ ਦੇ ਨਜ਼ਦੀਕ ਭਾਈ ਬਲਵੰਡ ਤੇ ਭਾਈ ਸੱਤਾ ਪਹੁੰਚੇ, ਪਹਿਲਾਂ ਹੀ ਕਿਸੇ ਸਿੱਖ ਨੇ ਜਾ ਕੇ ਭਾਈ ਲੱਧਾ ਜੀ ਨੂੰ ਦੱਸ ਦਿੱਤਾ ਕਿ ਤੁਹਾਡੇ ਕੋਲ ਗੁਰੂ ਵੱਲੋਂ ਤਰਕਾਰੇ ਭਾਈ ਬਲਵੰਡ ਤੇ ਸੱਤਾ ਤੁਰੇ ਆ ਰਹੇ ਹਨ। ਅੱਧੀ ਜੁੱਤ ਦੇ ਬਲਵੰਡ ਜੋ ਤੇਰੇ ਗ੍ਰਹਿ ਆਵਾ। ਉਹ ਬਲਵੰਡ ਤੇ ਸੱਤਾ ਭਾਈ ਲੱਧਾ ਜੀ ਤੇਰੇ ਘਰ ਦੇ ਬਾਬਤ ਪੁੱਛਦਿਆਂ ਹੋਇਆਂ ਤੇਰੇ ਘਰ ਵੱਲ ਚੱਲ ਕੇ ਆ ਰਹੇ ਹਨ। ਦੌਰ ਪੋਰ ਪਰ ਭੋਰ ਕੈ ਅੰਤਰ ਹੋਏ ਪੈਸਾ। ਤੇ ਜਦੋਂ ਭਾਈ ਲੱਧਾ ਜੀ ਨੇ ਸੁਣਿਆ ਕਿ ਭਾਈ ਬਲਵੰਡ ਤੇ ਸੱਤਾ ਮੇਰੇ ਘਰ ਆ ਰਹੇ ਨੇ, ਉਹ ਤਾਂ ਗੁਰੂ ਵੱਲੋਂ ਤਰਕਾਰੇ ਹੋਏ ਨੇ ਤੇ ਗੁਰੂ ਦਾ ਹੁਕਮ ਹੈ ਕਿ ਕੋਈ ਸਿੱਖ ਇਹਨਾਂ ਨੂੰ ਮੱਥੇ ਨਾ ਲਾਵੇ, ਨਾ ਇਹਨਾਂ ਦੇ ਮੱਥੇ ਲੱਗੇ। ਤੇ ਹੁਣ ਬੜੀ ਛੇਤੀ ਨਾਲ ਦੌੜ ਕੇ ਭਾਈ ਲੱਧਾ ਜੀ ਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ, ਘਰ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਬੈਠ ਗਏ। ਫਿੱਟ ਕੇ ਸ਼੍ਰੀ ਅਰਜਨ ਗੁਰੂ ਦੁੱਖ ਪਾੜਿਓ ਤੈਸਾ। ਤੇ ਹੁਣ ਇਹ ਵਿਚਾਰਿਆ ਭਾਈ ਲੱਧਾ ਜੀ ਨੇ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹਨਾਂ ਨੇ ਨਿਰਾਦਰ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਤਰਕਾਰੇ ਹੋਏ ਨੇ, ਤਾਂ ਹੀ ਇਹਨਾਂ ਦਾ ਇੰਨਾ ਜਿਹੜਾ ਦੁੱਖ ਹੈ ਉਹ ਵਧਿਆ ਹੈ।
ਪੌਰ ਖਰੋ ਹੋਏ ਕੋਰ ਲਗ ਬੋ ਬਿਨੈ ਬਖਾਨੀ। ਹੁਣ ਬੜੇ ਮਨ ਅੰਦਰ ਭਾਵਨਾ ਬਣਾ ਕੇ, ਬੜਾ ਧੀਰਜ ਰੱਖ ਕੇ ਮਨ ਅੰਦਰ, ਕਿਉਂਕਿ ਇੱਕੋ ਇੱਕ ਇਹਨਾਂ ਦਾ ਇਹ ਆਖਰੀ ਰਸਤਾ ਸੀ, ਇੱਕੋ ਇੱਕ ਆਸ ਇਥੋਂ ਜਾਗੀ ਸੀ ਕਿ ਸਾਨੂੰ ਭਾਈ ਲੱਧਾ ਜੀ ਬਖਸ਼ਾ ਲੈਣਗੇ। ਤੇ ਜਦੋਂ ਭਾਈ ਲੱਧਾ ਜੀ ਨੇ ਵੀ ਦਰਵਾਜ਼ੇ ਬੰਦ ਕਰ ਲਏ ਤੇ ਹੁਣ ਬੜੇ ਨਿਰਾਸ਼ ਹੋਏ ਕਿ ਇੱਕ ਆਸ ਲੈ ਕੇ ਅਸੀਂ ਮਨ ਵਿੱਚ ਭਾਈ ਲੱਧਾ ਜੀ ਕੋਲ ਆਏ ਸਾਂ, ਜੇ ਭਾਈ ਲੱਧਾ ਜੀ ਦਾ ਵੀ ਦਰਵਾਜ਼ਾ ਬੰਦ ਹੋ ਗਿਆ ਤੇ ਫਿਰ ਸਾਨੂੰ ਕੋਈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕੋਲੋਂ ਨਹੀਂ ਬਖਸ਼ਾ ਸਕਦਾ। ਹੁਣ ਦਰਵਾਜ਼ੇ ਤੇ ਖੜ ਗਏ ਤੇ ਦਰਵਾਜ਼ੇ ਤੇ ਖੜ ਕੇ ਹੁਣ ਬੜੀਆਂ ਬੇਨਤੀਆਂ ਕਰਨ ਲੱਗੇ। ਤਰਾਹੇ ਤਰਾਹੇ ਸ਼ਰਨੀ ਪਰੇ ਸੁਨ ਸਿਫਤ ਮਹਾਨੀ। ਕਹਿਣ ਲੱਗੇ, ਹੈ ਮਹਾਨ ਗੁਰੂ ਕੇ ਸਿੱਖ ਪਰਉਪਕਾਰੀ ਭਾਈ ਲੱਧਾ ਜੀ, ਅਸੀਂ ਫਿਰਦੇ ਫਰਾਉਂਦੇ ਆਪ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ। ਗੁਰ ਸਿੱਖਨ ਮੈਂ ਨਾਮ ਤੋਂ ਹੈ ਪਰਉਪਕਾਰੀ। ਤੇ ਗੁਰਸਿੱਖਾਂ ਦੇ ਵਿੱਚ ਤੁਹਾਡਾ ਜਿਹੜਾ ਨਾਮ ਹੈ, ਤੁਹਾਡੇ ਗੁਣਾਂ ਨੂੰ ਯਾਦ ਕਰਦੇ ਨੇ ਪਰਉਪਕਾਰੀ ਕਰਕੇ ਕਿ ਭਾਈ ਲੱਧਾ ਜੀ ਪਰਉਪਕਾਰੀ ਨੇ। ਇਸ ਨਾਮ ਨਾਲ ਤੁਸੀਂ ਗੁਰਸਿੱਖਾਂ ਵਿੱਚ ਜਾਣੇ ਜਾਂਦੇ ਹੋ। ਕਰ ਸਹਾਇਤਾ 3 ਲੱਖ ਕਟ ਬਿਰਥਾ ਹਮਾਰੀ। ਕਹਿਣ ਲੱਗੇ, ਭਾਈ ਲੱਧਾ ਜੀ ਸਾਨੂੰ ਦੀਨ ਜਾਣ ਕੇ ਸਾਡੀ ਬੇਨਤੀ ਪ੍ਰਵਾਨ ਕਰ ਲਵੋ, ਸਾਡੀ ਸਹਾਇਤਾ ਕਰੋ, ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੇ ਤੇ ਜਿਹੜਾ ਵੱਡਾ ਦੁੱਖ ਬਣਿਆ ਇਹ ਦੁੱਖ ਕੱਟ ਦੇਵੋ। ਲਾਜ ਨਾਮ ਕੀ ਰਾਖੀਏ ਅਰਦਾਸ ਸੁਣੀਜੈ। ਤੇ ਕਹਿਣ ਲੱਗੇ, ਭਾਈ ਲੱਧਾ ਜੀ ਤੁਹਾਡਾ ਨਾਮ ਹੈ ਪਰਉਪਕਾਰੀ, ਤੇ ਉਹ ਪਰਉਪਕਾਰੀ ਨਾਮ ਦੀ ਤੁਸੀਂ ਲਾਜ ਰੱਖੋ। ਅਸੀਂ ਤੁਹਾਡੇ ਕੋਲ ਚੱਲ ਕੇ ਆਏ ਆ, ਇਸ ਕਰਕੇ ਨਾਮ ਦੀ ਲਾਜ ਰੱਖਦੇ ਆ, ਸਾਡੀ ਬੇਨਤੀ ਪ੍ਰਵਾਨ ਕਰ ਲਵੋ। ਏਕ ਬੇਰ ਸ਼੍ਰੀ ਸਤਿਗੁਰੂ ਇੱਕ ਅਮਰੀ ਸੁਧ ਦੀਜੈ। ਕਹਿਣ ਲੱਗੇ, ਇੱਕ ਵਾਰੀ ਭਾਈ ਲੱਧਾ ਜੀ ਇੱਕ ਵਾਰੀ ਸਾਡੇ ਤੇ ਪਰਉਪਕਾਰ ਕਰ ਦਿਓ, ਇੱਕ ਵਾਰੀ ਸਾਡੀ ਬੇਨਤੀ ਮੰਨ ਕੇ ਸਾਡੀ ਜਿਹੜੀ ਬੇਨਤੀ ਹੈ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਪਹੁੰਚਾ ਦੇਵੋ। ਆਨ ਥਾਨ ਤੁਝ ਬਿਨਾ ਨੈ ਜਿਸ ਕੇ ਡਿੱਗ ਜਾਵੇਂ। ਤੇ ਭਾਈ ਲੱਧਾ ਜੀ ਹੁਣ ਤੁਹਾਡੇ ਤੋਂ ਬਿਨਾ ਦੂਜੀ ਕੋਈ ਥਾਂ ਨਜ਼ਰ ਨਹੀਂ ਆਉਂਦੀ ਜਿਹਦੇ ਕੋਲ ਚੱਲ ਕੇ ਅਸੀਂ ਚਲੇ ਜਾਈਏ, ਜਿਹੜਾ ਜਾ ਕੇ ਸਾਨੂੰ ਗੁਰੂ ਕੋਲੋਂ ਬਖਸ਼ਾ ਦੇਵੇ। ਕੇਵਲ ਆਪ ਹੀ ਹੋ, ਤੁਹਾਡੇ ਤੋਂ ਬਿਨਾ ਦੂਜੀ ਥਾਂ ਸਾਨੂੰ ਕੋਈ ਨਜ਼ਰ ਨਹੀਂ ਆਉਂਦੀ। ਦਰ ਤੇਰੇ ਹਮ ਪਰ ਰਹੇ ਕਰ ਜਿਉ ਔਰ ਭਾਵੈ। ਤੇ ਕਹਿਣ ਲੱਗੇ, ਭਾਈ ਲੱਧਾ ਜੀ ਅਸੀਂ ਵੀ ਹੁਣ ਤੁਹਾਡੇ ਦਰ ਤੇ ਪਏ ਰਹਿਣਾ, ਇੱਥੇ ਬੈਠੇ ਰਵਾਂਗੇ ਤੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਤੁਸੀਂ ਕਰ ਲਵੋ। ਮਾਰੋ ਕਿਦੋਂ ਜਿਵਾਏ ਦਿਓ ਹਮ ਤੋਏ ਅਧੀਨਾ। ਜੇ ਤੁਸੀਂ ਸਾਡੀ ਬੇਨਤੀ ਪ੍ਰਵਾਨ ਨਹੀਂ ਕਰੋਗੇ, ਅਸੀਂ ਆਪਣੇ ਪ੍ਰਾਣ ਇੱਥੇ ਤੁਹਾਡੇ ਦਰ ਤੇ ਹੀ ਤਿਆਗ ਦੇਵਾਂਗੇ। ਹੁਣ ਤੁਹਾਡੇ ਹੱਥ ਹੈ, ਮਾਰ ਲਵੋ ਜਾਂ ਰੱਖ ਲਵੋ, ਇਹ ਤੁਸੀਂ ਹੁਣ ਦੇਖਣਾ ਹੈ। ਕਰ ਨਿਕਸੇ ਤਦ ਸ਼ਰਨ ਤੋਂ ਕੀਜੈ ਦੁਖਹੀਨਾ। ਤੇ ਹੁਣ ਇਸ ਪ੍ਰਕਾਰ ਇਨੀ ਜਲੇ ਨਾਮ ਵਿਸਾਰੀਆ, ਕਿਉਂਕਿ ਇਹਨਾਂ ਦੇ ਨਾਲ ਤਾਂ ਜੇ ਦੁਨੀਆ ਦੀ ਸ਼ੋਭਾ ਵਿੱਚ, ਦੁਨੀਆ ਦੀ ਮਾਣ ਇੱਜ਼ਤ ਵਡਿਆਈ ਵਿੱਚ ਪੈ ਜਾਈਏ ਤੇ ਨਾਮ ਵਿਸਰ ਜਾਂਦਾ ਹੈ। ਇਹ ਤਾਂ ਕਿਸੇ ਕੰਮ ਨਹੀਂ ਆਉਣ ਵਾਲੀਆਂ, ਨਾ ਪਰਮੇਸ਼ਰ ਦੇ ਦੁਆਰ ਤੇ ਪ੍ਰਵਾਨ ਹੁੰਦੀਆਂ ਨੇ। ਦੁਨੀਆ ਵੱਲੋਂ ਮਿਲੀ ਹੋਈ ਜਿਹੜੀ ਫੋਕੀ ਸ਼ੋਹਰਤ ਹੈ, ਸ਼ੋਭਾ ਹੈ, ਵਡਿਆਈ, ਇੱਜ਼ਤ ਹੈ, ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ, ਨਾ ਹੀ ਪਰਮੇਸ਼ਰ ਦੇ ਦਰ ਤੇ ਪਹੁੰਚਦੀ ਹੈ। ਇਸ ਕਰਕੇ ਜੇ ਗੁਰੂ ਕੀ ਸੰਗਤ ਦੇ ਵਾਸਤੇ, ਪਰਉਪਕਾਰ ਦਾ ਕਾਰਜ ਕਰਨ ਵਾਸਤੇ ਮੈਨੂੰ ਮੂੰਹ ਕਾਲਾ ਕਰਨਾ ਵੀ ਪੈ ਜਾਵੇ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰੀ ਕੋਈ ਇੱਜ਼ਤ ਨਹੀਂ ਘਟਦੀ। ਦੁਨੀਆ ਦੀ ਇੱਜ਼ਤ, ਫੋਕੀ ਸ਼ੋਹਰਤ ਦੀ ਮੈਨੂੰ ਲੋੜ ਨਹੀਂ, ਕਿਉਂਕਿ ਕਿਸੇ ਕੰਮ ਆਉਣ ਵਾਲੇ ਨਹੀਂ। ਜੇਕਰ ਮੇਰਾ ਇਹ ਸਰੀਰ ਕਿਸੇ ਦੇ ਕੰਮ ਆ ਜਾਵੇ
ਜੇ ਮੈਂ ਆਪਣਾ ਮੂੰਹ ਕਾਲਾ ਕਰਕੇ ਗੁਰੂ ਕੋਲ ਜਾ ਕੇ ਇਹਨਾਂ ਨੂੰ ਬਖਸ਼ਾ ਦੇਵਾਂ ਤਾਂ ਮੇਰਾ ਜਨਮ ਸਫਲ ਹੋ ਜਾਵੇਗਾ। ਦੁਨੀਆ ਦੀ ਵਡਿਆਈ ਕਿਸੇ ਕੰਮ ਨਹੀਂ, ਇਸ ਕਰਕੇ ਕਿਉਂ ਨਾ ਮੈਂ ਆਪਣਾ ਮੂੰਹ ਕਾਲਾ ਕਰਕੇ ਪਹਿਲਾਂ ਹੀ ਗਧੇ ਤੇ ਸਵਾਰ ਹੋ ਕੇ ਗੁਰੂ ਦੇ ਦਰਬਾਰ ਵਿੱਚ ਪਹੁੰਚ ਜਾਵਾਂ। ਤੋ ਕਹਿਬੋ ਨੀਕੋ ਹੈ ਮਨ ਹੈ ਇਨ ਕਾਜੋ। ਤੇ ਇਸ ਤਰ੍ਹਾਂ ਦੇ ਨਾਲ, ਕਿਉਂਕਿ ਗੁਰੂ ਪਾਤਸ਼ਾਹ ਦਾ ਹੁਕਮ ਹੈ, ਗੁਰੂ ਦਾ ਹੁਕਮ ਵੀ ਨਹੀਂ ਮੋੜਿਆ ਜਾ ਸਕਦਾ। ਗੁਰੂ ਦਾ ਹੁਕਮ ਵੀ ਮੰਨਿਆ ਜਾਵੇਗਾ ਕਿ ਉਹਦਾ ਮੂੰਹ ਕਾਲਾ ਕੀਤਾ ਜਾਵੇਗਾ। ਮੈਂ ਪਹਿਲਾਂ ਹੀ ਮੂੰਹ ਕਾਲਾ ਕਰ ਲੈਣਾ। ਇਸ ਤਰੀਕੇ ਦੇ ਨਾਲ ਮੂੰਹ ਕਾਲਾ ਕਰਕੇ ਗਧੇ ਤੇ ਸਵਾਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਾ ਕੇ ਇਹਨਾਂ ਦੀ ਬੇਨਤੀ ਕਰਾਂ। ਦੇਖੈ ਪ੍ਰਥਮੈ ਜਾਏ ਕੋ ਗੁਰ ਦੇ ਨਿਵਾਜੋ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਮੈਂ ਇਸ ਤਰ੍ਹਾਂ ਦੇ ਨਾਲ ਜਾਵਾਂਗਾ, ਗਰੀਬ ਨਵਾਜ਼ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗਾ। ਕਰ ਨਿਸ਼ਚੈ ਦਰ ਖੋਲ ਕੇ ਅੰਤਰ ਪ੍ਰਵਿਸ਼ਾਏ। ਤੇ ਹੁਣ ਇਹ ਨਿਸ਼ਚਾ ਬਣਾ ਕੇ ਕਿ ਸਤਿਗੁਰੂ ਪਾਤਸ਼ਾਹ ਜੀ ਗਰੀਬ ਨਵਾਜ਼ ਨੇ, ਉਹ ਬਖਸ਼ੰਦ ਨੇ। ਇਹਨਾਂ ਨੂੰ ਬਖਸ਼ਾਉਣ ਵਾਸਤੇ ਜੇ ਇਹਨਾਂ ਤੇ ਹੁਣ ਪਰਉਪਕਾਰ ਕਰਨਾ ਹੈ ਤਾਂ ਇਹ ਮੈਨੂੰ ਕਰਨਾ ਹੀ ਪਵੇਗਾ। ਜੋ ਗੁਰੂ ਦਾ ਹੁਕਮ ਹੈ ਉਹਨੂੰ ਪਹਿਲਾਂ ਹੀ ਕਮਾ ਲੈਨੇ ਆ, ਉਹਨੂੰ ਪਹਿਲਾਂ ਹੀ ਮੰਨ ਲੈਨੇ ਆ। ਇਹ ਨਿਸ਼ਚਾ ਅੰਦਰ ਧਾਰਨ ਕਰਕੇ ਆਪਣਾ ਘਰ ਦਾ ਦਰਵਾਜ਼ਾ ਖੋਲਿਆ ਤੇ ਭਾਈ ਬਲਵੰਡ ਤੇ ਭਾਈ ਸੱਤੇ ਨੂੰ ਅੰਦਰ ਬੁਲਾਇਆ ਹੈ। ਧੀਰ ਦੀਨ ਕਰਹੁ ਜਤਨ ਗੁਰ ਇੱਛ ਪੁਰਾਏ। ਤੇ ਇਹਨਾਂ ਨੂੰ ਧੀਰਜ ਦਿੱਤਾ। ਜਿਹੜੇ ਧੀਰਜ ਖੋ ਬੈਠੇ, ਅੱਤ ਦੇ ਲਾਚਾਰ ਤੇ ਦੁਖੀ ਸਨ, ਇਹਨਾਂ ਨੂੰ ਭਾਈ ਲੱਧਾ ਜੀ ਨੇ ਧੀਰਜ ਦਿੱਤਾ। ਧੀਰਜ ਦੇ ਕੇ ਕਹਿਣ ਲੱਗੇ, ਭਾਈ ਬਲਵੰਡ, ਭਾਈ ਸੱਤਾ ਜੀ, ਮੈਂ ਆਪਣੇ ਵੱਲੋਂ ਜ਼ਰੂਰ ਉਪਾਅ ਕਰਾਂਗਾ, ਆਪਣੇ ਵੱਲੋਂ ਜ਼ਰੂਰ ਯਤਨ ਕਰਾਂਗਾ। ਸਤਿਗੁਰੂ ਜੀ ਕਿਰਪਾ ਕਰਕੇ ਤੁਹਾਡੀ ਇੱਛਾ ਪੂਰੀ ਕਰ ਦੇਣਗੇ। ਇਸ ਦਿਨ ਰਾਖੇ ਪਾਸ ਨਿਜ ਪੁਨੀ ਉਠਿਓ ਸਕਾਰਾ। ਹੁਣ ਉਸ ਦਿਨ ਭਾਈ ਲੱਧਾ ਜੀ ਨੇ ਇਹਨਾਂ ਦੋਨਾਂ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਹੈ। ਉਹ ਰਾਤ ਜਿਹੜੀ ਹੈ ਭਾਈ ਲੱਧਾ ਲੱਧਾ ਜੀ ਦੇ ਘਰ ਵਿੱਚ ਇਹਨਾਂ ਨੇ ਬਤੀਤ ਕੀਤੀ ਹੈ। ਹੁਣ ਸਵੇਰੇ ਅੰਮ੍ਰਿਤ ਵੇਲਾ ਹੋਇਆ ਹੈ। ਭਾਈ ਲੱਧਾ ਜੀ ਅੰਮ੍ਰਿਤ ਵੇਲੇ ਉੱਠੇ ਹਨ। ਸਤਿਗੁਰ ਜੈਸੇ ਕਾ ਮੁਖ ਕੀਨ ਸਕਾਰਾ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਹੁਣ ਬਚਨ ਜਿਹੜਾ ਸੀ ਉਹ ਮੰਨਿਆ। ਬਚਨ ਮੰਨਦੇ ਆ। ਹੁਣ ਭਾਈ ਲੱਧਾ ਜੀ ਨੇ ਜਿਹੜਾ ਕਾਲਸ ਮੰਗਵਾਈ ਤੇ ਕਾਲਸ ਮੰਗਵਾ ਕੇ ਆਪਣਾ ਮੂੰਹ ਸਿਰ ਜਿਹੜਾ ਸੀ ਉਹ ਕਾਲਾ ਕਰ ਲਿਆ। ਗਰਦਬ ਕਰ ਭਾਰਾ ਲਿਓ ਹੋਏ ਕਿਸੇ ਅਸਵਾਰੋ। ਤੇ ਇੱਕ ਪਹਾੜੇ ਤੇ ਕਿਰਾਏ ਤੇ ਗਧਾ ਮੰਗਵਾ ਲਿਆ ਤੇ ਕਿਰਾਏ ਤੇ ਗਧਾ ਮੰਗਵਾ ਕੇ ਮੂੰਹ ਸਿਰ ਕਾਲਾ ਕਰਕੇ ਭਾਈ ਲੱਧਾ ਜੀ ਉਸ ਗਧੇ ਤੇ ਅਸਵਾਰ ਹੋਏ ਹਨ। ਢੋਲ ਵਜਵਾਇਓ ਨਰ ਵਿਖੈ ਹਜ਼ਾਰੋ। ਤੇ ਹੁਣ ਨਾਲ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਸਨ ਕਿ ਗਧੇ ਤੇ ਚੜਾ ਕੇ ਮੂੰਹ ਕਾਲਾ ਕਰਕੇ ਢੋਲ ਵਜਾਵਾਂਗੇ, ਤਾਂ ਕੀਤਾ ਹੋਇਆ। ਸਾਰੇ ਆਨੇ ਆ ਕੇ ਇਸ ਵੇਸ਼ ਨੂੰ ਤੱਕਿਆ ਹੈ, ਦੇਖਣਾ ਕੀਤਾ ਹੈ। ਜਸ ਪਸਰਿਓ ਸਭ ਧਨ ਕੈ ਕੀਏ ਬੜੀ ਉਪਕਾਰਾ। ਤੇ ਜਦੋਂ ਸਿਆਣਿਆਂ ਨੇ ਵੇਖਿਆ ਤੇ ਪੁੱਛਣ ਲੱਗੇ ਕਿ ਇਹ ਕੌਣ ਹੈ, ਕਿਹੜਾ ਮਨੁੱਖ ਹੈ ਜਿਹਦਾ ਮੂੰਹ ਕਾਲਾ ਕਰਕੇ ਗਧੇ ਤੇ ਚੜਾਇਆ ਗਿਆ ਹੈ? ਇਹਨੇ ਐਸਾ ਕੀ ਕੰਮ, ਮਾੜਾ ਕੰਮ ਕਰ ਦਿੱਤਾ, ਇਹਨੂੰ ਇਹ ਸਜ਼ਾ ਮਿਲੀ ਹੈ? ਤੇ ਵਿੱਚੋਂ ਕਿਸੇ ਨੇ ਦੱਸਿਆ ਕਿ ਇਹ ਤਾਂ ਭਾਈ ਲੱਧਾ ਪਰਉਪਕਾਰੀ ਗੁਰੂ ਕਾ ਸਿੱਖ ਹੈ। ਗੁਰੂ ਘਰ ਵੱਲੋਂ ਧਰਕਾਰੇ ਹੋਏ ਗੁਰੂ ਘਰ ਦੇ ਨਿੰਦਕ ਭਾਈ ਬਲਵੰਡ ਤੇ ਭਾਈ ਸੱਤਾ ਨੂੰ ਬਖਸ਼ਾਉਣ ਦੇ ਵਾਸਤੇ ਵੇਸ਼ ਧਾਰਨ ਕੀਤਾ ਹੈ। ਤੇ ਉਹ ਸਾਰੇ ਸਿਆਣਿਆਂ ਨੇ ਨਾਲੇ ਨਮਸਕਾਰ ਕੀਤੀ, ਸੀਸ ਨਵਾਇਆ, ਕਹਿਣ ਲੱਗੇ ਧੰਨ ਹਨ ਭਾਈ ਲੱਧਾ ਜੀ, ਧੰਨ ਹੈ ਗੁਰੂ ਕੀ ਸਿੱਖੇ, ਧੰਨ ਹੈ ਗੁਰੂ ਕਾ ਪਰਉਪਕਾਰੀ ਸਿੱਖ। ਕੌਣ ਸਕੈ ਕਰੇ ਇਸ ਵਿਧੀ ਪਰਹੇਜ਼ ਵਿਸਾਲਾ। ਐਸਾ ਕੌਣ ਹੈ ਜਿਹੜਾ ਐਸੀ ਵਿਧੀ ਵਰਤੇ ਕਿ ਉਹ ਆਪਣਾ ਮੂੰਹ ਆਪ ਹੀ ਕਾਲਾ ਕਰ ਲਵੇ? ਕਿਸੇ ਦੀ ਖਾਤਰ ਗਲਤੀ, ਕਿਸੇ ਦੀ ਸਜ਼ਾ ਕਿਸੇ ਨੂੰ ਮਿਲੀ ਹੈ ਤੇ ਉਹਦੀ ਖਾਤਰ ਆਪਣਾ ਮੂੰਹ ਕਾਲਾ ਕਰਕੇ ਗਧੇ ਤੇ ਚੜੇ, ਇਹੋ ਜਿਹਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਧੰਨ ਗੁਰੂ ਕੇ ਸਿੱਖ ਹੈ
ਜੋ ਪਰਮ ਕਿਰਪਾਲਾ। ਧੰਨ ਹਨ ਗੁਰੂ ਕੇ ਸਿੱਖ, ਧੰਨ ਹਨ ਜਿਹੜੇ ਪਰਮ ਕਿਰਪਾਲੂ ਨੇ, ਜਿਹੜੇ ਸਦਾ ਹੀ ਦਇਆ ਕਰਨ ਬਾਰੇ, ਸਦਾ ਹੀ ਭਲਾ ਕਰਨ ਵਾਸਤੇ ਸੋਚਦੇ ਹਨ। ਆਨ ਲਾਭ ਪਤ ਆਪਨੀ ਨੈ ਨੇਕ ਵਿਚਾਰਾ। ਭਾਈ ਲੱਦਾ ਜੀ ਨੇ ਲਾਭ ਹਾਨੀ ਆਪਣੀ ਇੱਜ਼ਤ ਦੇ ਬਾਰੇ ਮਨ ਵਿੱਚ ਨਹੀਂ ਵਿਚਾਰਿਆ, ਇਹ ਖਿਆਲ ਮਨ ਵਿੱਚ ਨਹੀਂ ਲਿਆਂਦਾ। ਪੂਰਨ ਸ਼੍ਰੀ ਗੁਰ ਪਾਕ ਕੋ ਇਮ ਬੇਕ ਸੁਧਾਰਾ। ਪੂਰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਹੜੇ ਬਚਨ ਹਨ, ਉਹ ਬਚਨ ਕਮਾਉਣ ਦੇ ਵਾਸਤੇ, ਉਹ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਭਾਈ ਲੱਦਾ ਜੀ ਨੇ ਇਹ ਜਿਹੜਾ ਵੇਸ ਹੈ ਆਪਣੇ ਸਰੀਰ ਤੇ ਧਾਰਨ ਕੀਤਾ ਹੈ। ਢੋਲ ਬਜੈ ਸੁਨ ਸ਼ਬਦ ਕੋ ਏਰੈ ਨਰ ਨਾਰੀ। ਤੇ ਜਦੋਂ ਨਾਲ ਨਾਲ ਢੋਲ ਵੱਜਦਾ, ਢੋਲ ਵੱਜਦਾ ਹੋਇਆ ਵੇਖ ਕੇ ਜਿੰਨੇ ਵੀ ਨਗਰ ਦੇ ਨਰ ਨਾਰੀ ਸਨ, ਉਹ ਸਾਰੇ ਆਵਾਜ਼ ਸੁਣ ਕੇ ਦੇਖਣ ਵਾਸਤੇ ਦੌੜੇ ਆਉਂਦੇ ਹਨ। ਗਰੀ ਗਰੀ ਫਿਰ ਸਭ ਪੁਰੀ ਸਿੱਖ ਪਰ ਉਪਕਾਰੀ। ਪਰ ਉਪਕਾਰੀ ਗੁਰੂ ਕਾ ਸਿੱਖ ਭਾਈ ਲੱਦਾ ਨਗਰ ਦੀ ਗਲੀ ਗਲੀ ਦੇ ਵਿੱਚ ਫਿਰਿਆ ਹੈ। ਖੜੇ ਸੁਹਾਵਤ ਗੁਰੂ ਜੀ ਇਮ ਸੁਣ ਕੇ ਕਾਨਾ। ਤੇ ਹੁਣ ਸੁਣਿਆ ਭਾਈ ਲੱਦਾ ਜੀ ਨੇ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਥੜਾ ਸਾਹਿਬ ਸਥਾਨ ਹੈ, ਉੱਥੇ ਸਤਿਗੁਰੂ ਪਾਤਸ਼ਾਹ ਜੀ ਥੜਾ ਸਾਹਿਬ ਵਾਲੇ ਸਥਾਨ ਤੇ ਸੁਭਾਏਮਾਨ ਹਨ, ਇਹ ਆਪਣੇ ਕੰਨਾਂ ਦੇ ਨਾਲ ਸੁਣਿਆ ਹੈ। ਤਿਤ ਕੋ ਕਰਤਬ ਪ੍ਰੇਰ ਕੈ ਆਇਓ ਸੁਹਾਨਾ। ਤੇ ਹੁਣ ਉਸ ਗਧੇ ਨੂੰ ਪ੍ਰੇਰਿਆ ਉਸ ਪਾਸੇ ਵੱਲ ਨੂੰ। ਪਹਿਲਾਂ ਸਾਰੇ ਨਗਰ ਦੀ ਗਲੀ ਗਲੀ ਵਿੱਚ ਫਿਰੇ ਨੇ, ਸਾਰੇ ਨਗਰ ਵਿੱਚ ਫਿਰ ਕੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਸੁਣ ਕੇ ਕਿ ਥੜਾ ਸਾਹਿਬ ਵਾਲੇ ਸਥਾਨ ਤੇ ਸਤਿਗੁਰੂ ਜੀ ਸੁਭਾਏਮਾਨ ਨੇ, ਉਸ ਪਾਸੇ ਵੱਲ ਨੂੰ ਹੁਣ ਗਧੇ ਨੂੰ ਪ੍ਰੇਰ ਕੇ ਉਧਰ ਸਨਮੁਖ ਹੋ ਕੇ ਚੱਲੇ ਹਨ। ਤੋਹੇਰਾ ਲੱਦਾ ਪਰ ਉਪਕਾਰੇ ਸ਼ੰਕ ਨਹੀਂ ਮਨ ਕੀਨ। ਹੁਣ ਪਰਉਪਕਾਰ ਕਰਨ ਵਾਸਤੇ ਭਾਈ ਲੱਦਾ ਜੀ ਨੇ ਮਨ ਅੰਦਰ ਕੋਈ ਸ਼ੰਕਾ ਨਹੀਂ ਲਿਆਂਦੀ, ਕਿਉਂਕਿ ਜੇ ਪਰਉਪਕਾਰ ਕਰਨਾ ਹੈ ਤੇ ਮਨ ਅੰਦਰ ਜੇ ਸ਼ੰਕਾ ਆ ਗਈ ਕਿ ਮੇਰੇ ਸੰਸਾਰ ਵਿੱਚ ਮਾਨ ਇੱਜ਼ਤ ਸਨਮਾਨ ਦਾ ਕੀ ਬਣੇਗਾ, ਮੇਰਾ ਹਾਨੀ ਹੋਵੇਗੀ, ਜੇ ਇਸ ਤਰ੍ਹਾਂ ਦਾ ਖਿਆਲ ਮਨ ਵਿੱਚ ਆ ਗਿਆ ਫਿਰ ਪਰਉਪਕਾਰ ਨਹੀਂ ਹੋ ਸਕਦਾ, ਜੀਵ ਪਰਉਪਕਾਰ ਨਹੀਂ ਕਰ ਸਕਦਾ। ਪਰਉਪਕਾਰ ਕਰਨ ਦੇ ਲਈ ਭਾਈ ਲੱਦਾ ਜੀ ਨੇ ਮਨ ਅੰਦਰ ਐਸਾ ਕੋਈ ਸ਼ੰਕਾ ਜਾਂ ਖਿਆਲ ਮਨ ਵਿੱਚ ਨਹੀਂ ਲਿਆਂਦਾ। ਇਨ ਕੋ ਬਖਸ਼ੈ ਸ਼੍ਰੀ ਗੁਰੂ ਕਿਆ ਮੇਰੋ ਹੋਏਗੀ ਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਹਨ ਗੁਰੂ ਕੇ ਸਿੱਖ। ਕਹਿਣ ਲੱਗੇ ਜੇ ਭਾਈ ਬਲਵੰਡ ਤੇ ਭਾਈ ਸਤੇ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ ਦੇਣ ਤੇ ਇਹਦੇ ਨਾਲ ਮੇਰੀ ਕੀ ਹਾਨੀ ਹੋਵੇਗੀ, ਮੇਰਾ ਕੀ ਨੁਕਸਾਨ ਹੋਵੇਗਾ। ਜੇ ਮੈਂ ਮੂੰਹ ਕਾਲਾ ਕਰਕੇ ਗਧੇ ਤੇ ਸਵਾਰ ਹੋ ਕੇ ਆਇਆ, ਇਹਦੇ ਨਾਲ ਮੇਰੀ ਕੋਈ ਹਾਨੀ ਨਹੀਂ ਹੋਣੀ, ਮੇਰਾ ਕੋਈ ਨੁਕਸਾਨ ਨਹੀਂ ਹੋਣਾ। ਸਤਿਗੁਰੂ ਜੀ ਜੇ ਇਹਨਾਂ ਨੂੰ ਬਖਸ਼ ਦਿੰਦੇ ਹਨ। ਮੁਖ ਕਾਰੋ ਲਿਓ ਨੀਰ ਬਖਾਰ। ਤੇ ਹੁਣ ਕਹਿਣ ਲੱਗੇ ਕਿ ਜਿਹੜਾ ਮੈਂ ਮੁਖ ਕਾਲਾ ਕੀਤਾ ਇਹ ਤਾਂ ਮੈਂ ਫਿਰ ਜਲ ਨਾਲ ਧੋ ਕੇ ਸਾਫ਼ ਕਰ ਲਵਾਂਗਾ, ਇਹ ਕਿਹੜਾ ਸਦਾ ਲਈ ਕਾਲਾ ਰਹਿਣਾ ਹੈ। ਇਹਨਾਂ ਨੂੰ ਬਖਸ਼ਾਉਣ ਦੀ ਖਾਤਰ, ਇਹਨਾਂ ਦਾ ਭਲਾ ਕਰਨ ਵਾਸਤੇ ਜੇ ਮੈਨੂੰ ਮੂੰਹ ਕਾਲਾ ਕਰਨਾ ਵੀ ਪੈ ਗਿਆ ਤੇ ਮੈਂ ਜਲ ਦੇ ਨਾਲ ਆਪਣਾ ਮੂੰਹ ਜਿਹੜਾ ਉਹ ਧੋ ਲਵਾਂਗਾ। ਪਰ ਕਾਰਜ ਕਾਇਆ ਜੋ ਆਵੈ ਸਫਲ ਜਨਮ ਹੋਵੇ ਤਿਸ ਪਾਰ। ਪਰਾਏ ਕਾਰਜ ਨੂੰ ਸਵਾਰਨ ਦੇ ਵਾਸਤੇ ਜੇ ਮੇਰਾ ਸਰੀਰ ਕੰਮ ਆ ਜਾਵੇ ਤੇ ਮੈਂ ਸਮਝਾਂਗਾ ਕਿ ਮੇਰਾ ਜਨਮ ਸਫਲ ਹੋ ਗਿਆ ਹੈ, ਮੇਰਾ ਜਨਮ ਧਨ ਹੋ ਗਿਆ ਹੈ। ਹਿਰਦੈ ਬਿਖੈ ਚਿਤਵੈ ਉਪਕਾਰਾ ਸਤਿਗੁਰ ਚਰਨ ਪ੍ਰੇਮ ਕੋ ਧਾਰ। ਹਿਰਦੇ ਵਿਖੇ ਚਿਤਵੈ ਉਪਕਾਰੇ। ਹੁਣ ਪਰਉਪਕਾਰ ਕਰਨ ਦਾ ਸੋਚਦੇ ਨੇ ਮਨ ਅੰਦਰ, ਇਹ ਖਿਆਲ ਲਿਆ ਕੇ ਸਤਿਗੁਰ ਚਰਨ ਪ੍ਰੇਮ ਕੋ ਧਾਰ। ਸਤਿਗੁਰ ਦੇ ਚਰਨਾਂ ਤਾਈਂ ਪ੍ਰੇਮ ਜਿਹੜਾ ਉਹ ਹਿਰਦੇ ਵਿੱਚ ਧਾਰਨ ਕੀਤਾ ਹੈ। ਅਦਕ ਪੀਰ ਸੰਗ ਢੋਲ ਬਜਤ ਬੜ ਸ਼ੋਰ ਹੋਤ ਬੋਲਤ ਨਰ ਨਾਰ। ਤੇ ਜਦੋਂ ਹੁਣ ਢੋਲ ਵੱਜ ਰਿਹਾ ਨਾਲ
ਤੇ ਵੇਖਣ ਵਾਸਤੇ ਨਗਰ ਦੇ ਬੱਚੇ ਕੀ, ਬਜ਼ੁਰਗ ਕੀ, ਨਰ ਨਾਰੀਆਂ ਜਿੰਨੇ ਵੀ ਸਾਰੇ ਵੇਖਣ ਵਾਸਤੇ ਆਏ। ਤੇ ਭਾਈ ਲੱਧਾ ਜੀ ਦੇ ਨਾਲ ਬਹੁਤ ਸਾਰੀ ਭੀੜ ਜਿਹੜੇ ਸੀ ਉਹ ਇਕੱਠੇ ਹੋ ਗਏ ਤੇ ਵੱਡਾ ਸ਼ੋਰ ਮਚਿਆ ਹੈ। ਆਇਓ ਨਿਕਟ ਸੁਣੀ ਧੁਨ ਸ਼੍ਰੀ ਗੁਰ, ਪੂਜਨ ਲਗੇ ਲੋਕ ਜੋ ਤੀਰ। ਤੇ ਜਦੋਂ ਇਹ ਢੋਲ ਦੀ ਆਵਾਜ਼ ਤੇ ਨਾਲ ਚੱਲਦੇ ਹੋਏ ਲੋਕਾਂ ਦਾ ਸ਼ੋਰ ਸ਼ਰਾਬਾ ਉਹ ਜਦੋਂ ਨਜ਼ਦੀਕ ਪਹੁੰਚਿਆ ਤੇ ਸਤਿਗੁਰੂ ਜੀ ਨੇ ਢੋਲ ਦੀ ਆਵਾਜ਼ ਤੇ ਲੋਕਾਂ ਦੀ ਆਵਾਜ਼ ਸੁਣੀ ਹੈ। ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਨੇੜੇ ਜਿਹੜੇ ਗੁਰਸਿੱਖ ਖੜੇ ਸਨ ਉਹਨਾਂ ਦੇ ਕੋਲੋਂ ਪੁੱਛਣਾ ਕੀਤਾ ਹੈ। ਕੋ ਆਵਤ ਪਦ ਸ਼ੋਰ ਮਚਾਵਤ, ਢੋਲ ਬਜਾਵਤ ਲਖੀਅਤ ਭੀਰ। ਸਤਿਗੁਰੂ ਪਾਤਸ਼ਾਹ ਜੀ ਪੁੱਛਣ ਲੱਗੇ ਕਿ ਕੌਣ ਆ ਰਿਹਾ ਹੈ? ਬੜਾ ਸ਼ੋਰ ਮਚਿਆ, ਬੜਾ ਰੌਲਾ ਪੈ ਰਿਹਾ, ਢੋਲ ਵੱਜਣ ਦੀ ਆਵਾਜ਼ ਆ ਰਹੀ ਹੈ ਤੇ ਬੜੀ ਭੀੜ ਜਿਹੜੀ ਉਹ ਤੁਰੀ ਹੋਈ ਨਜ਼ਰ ਆ ਰਹੀ ਹੈ। ਕੌਣ ਦੇਸ਼ ਕੀ ਸੰਗਤ ਹੈ ਇਹ, ਸਭ ਲਖ ਪੂਜਤ ਗੁਨੀ ਗਈਰ। ਗੁਨਾਹ ਦੇ ਘਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਕੋਲੋਂ ਪੁੱਛਣ ਲੱਗੇ, ਕਹਿਣ ਲੱਗੇ ਕਿ ਕਿਹੜੇ ਦੇਸ਼ ਦੀ, ਕਿਸ ਇਲਾਕੇ ਦੀ ਇਹ ਸੰਗਤ ਹੈ? ਬੜਾ ਵੱਡਾ ਇਕੱਠ ਹੈ, ਢੋਲ ਵੱਜਦਾ ਆ ਰਿਹਾ, ਬੜੀ ਭੀੜ ਨਜ਼ਰ ਆ ਰਹੀ ਹੈ ਤੇ ਇਹ ਕਿਹੜੇ ਇਲਾਕੇ ਦੀ, ਕਿਸ ਦੇਸ਼ ਦੀ ਸੰਗਤ ਜਿਹੜੀ ਉਹ ਚੱਲ ਕੇ ਆ ਰਹੀ ਹੈ? ਹੱਥ ਜੋੜ ਸਿੱਖ ਕਈ ਭਾਰਤਾ, ਸਿੱਖੀ ਧਨ ਸਿਦਕ ਪ੍ਰਭ ਧੀਰ। ਤੇ ਹੁਣ ਨੇੜੇ ਖੜੇ ਗੁਰਸਿੱਖ ਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਾਰੀ ਵਾਰਤਾ ਗੁਰਸਿੱਖ ਦੱਸਣ ਲੱਗਾ। ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਧੰਨ ਆਪ ਜੀ ਦੇ ਸਿੱਖ ਤੇ ਸਿੱਖੀ ਦਾ ਵੱਡਾ ਇਹ ਸਿਦਕ ਹੈ। ਇਹ ਭਾਈ ਲੱਧਾ ਜੀ ਪਰਉਪਕਾਰੀ ਆ ਰਹੇ ਹਨ। ਲੱਧਾ ਗੁਰਮੁਖ ਪਰ ਉਪਕਾਰੀ, ਬਾਕ ਗੁਰੂ ਤੇ ਏਕ ਬਨਾਏ। ਸਤਿਗੁਰੂ ਜੀ ਆਪ ਜੀ ਵੱਲੋਂ ਤਰਕਾਰੇ ਹੋਏ ਰਬਾਬੀ ਜਿਹੜੇ ਨੇ ਉਹਨਾਂ ਨੂੰ ਬਖਸ਼ਾਉਣ ਦੇ ਵਾਸਤੇ, ਉਹਨਾਂ ਤੇ ਪਰਉਪਕਾਰ ਕਰਨ ਦੇ ਲਈ ਭਾਈ ਲੱਧਾ ਜੀ ਆਪ ਜੀ ਦੇ ਕਹੇ ਹੋਏ ਜਿਹੜੇ ਬਚਨ ਨੇ ਉਹ ਬਚਨਾਂ ਨੂੰ ਮੰਨਦਿਆਂ ਹੋਇਆਂ, ਉਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਐਸਾ ਵੇਸ਼ ਬਣਾ ਕਰਕੇ ਆ ਰਹੇ ਹਨ। ਗਦੋ ਅਰੂਡਿਓ ਕਰਮ ਪੁਕਾਰੋ, ਢੋਲ ਬਜਵਾਏ। ਤੇ ਕਹਿਣ ਲੱਗੇ ਭਾਈ ਲੱਧਾ ਜੀ ਨੇ ਜਿਸ ਤਰ੍ਹਾਂ ਆਪ ਜੀ ਦਾ ਬਚਨ ਸੀ ਕਿ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਢੋਲ ਨਾਲ ਵਜਾਵਾਂਗੇ, ਨਗਰ ਵਿੱਚ ਫੇਰਾਂਗੇ, ਉਸੇ ਬਚਨ ਨੂੰ ਕਮਾਉਂਦਿਆਂ ਹੋਇਆਂ ਆਪਣਾ ਮੂੰਹ ਕਾਲਾ ਕੀਤਾ ਤੇ ਗਧੇ ਤੇ ਸਵਾਰ ਹੋ ਕੇ ਢੋਲ ਵਜਾਉਂਦੇ ਆ ਰਹੇ ਹਨ। ਫਿਰਿਓ ਨਗਰ ਤਿਸ ਕੇ ਹਿਤ ਹੀਰਨ, ਆਵਤ ਲੋਕ ਬ੍ਰਿੰਦ ਵਿੱਚ ਮਾਏ। ਤੇ ਹੁਣ ਭਾਈ ਲੱਧਾ ਜੀ ਜੋ ਬਚਨ ਸੀ ਕਿ ਨਗਰ ਵਿੱਚ ਘੁਮਾਵਾਂਗੇ, ਗਲੀ ਗਲੀ ਵਿੱਚ, ਉਸੇ ਤਰ੍ਹਾਂ ਨਗਰ ਦੀ ਗਲੀ ਗਲੀ ਵਿੱਚ ਘੁੰਮ ਕੇ ਆ ਰਹੇ ਨੇ ਤੇ ਉਹਨਾਂ ਨੂੰ ਵੇਖਣ ਵਾਸਤੇ ਬਹੁਤ ਵੱਡੀ ਭੀੜ ਨਾਲ ਇਕੱਠੀ ਹੋ ਕੇ ਆ ਰਹੀ ਹੈ। ਇਤਨੇ ਮੈਂ ਤਨ ਮੁਖ ਭਾ ਗੁਰ ਕੇ ਦਰਸ਼ਨ ਦੇਖਤ ਪ੍ਰੇਮ ਵਡਾਏ। ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰੂ ਕਾ ਕੋਈ ਪਿਆਰਾ ਸਿੱਖ ਦੱਸ ਰਿਹਾ ਸੀ ਭਾਈ ਲੱਧਾ ਜੀ ਦੇ ਬਾਬਤ, ਇਤਨੇ ਸਮੇਂ ਦੌਰਾਨ ਭਾਈ ਲੱਧਾ ਜੀ ਵੀ ਸਨਮੁਖ ਪਹੁੰਚ ਗਏ ਨੇ, ਸਤਿਗੁਰੂ ਜੀ ਦੇ ਹਜ਼ੂਰ ਆਣ ਪਹੁੰਚੇ ਨੇ ਤੇ ਸਤਿਗੁਰੂ ਜੀ ਦੇ ਦਰਸ਼ਨ ਦੇਖੇ ਨੇ ਦੂਰੋਂ ਹੀ ਤੇ ਦਰਸ਼ਨ ਕਰਦਿਆਂ ਹਿਰਦੇ ਅੰਦਰ ਬਹੁਤ ਪ੍ਰੇਮ ਵਧਿਆ ਹੈ। ਹੱਥ ਪੰਗ ਕਰ ਪੰਗਨ ਕੀਨਸ, ਪਦ ਅਰਬਿੰਦਾ ਦ੍ਰਿੜ ਲਗਾਏ। ਹੁਣ ਭਾਈ ਲੱਧਾ ਜੀ ਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ ਤੇ ਗਧੇ ਤੇ ਬੈਠਿਆਂ ਨਹੀਂ, ਆਪਣੀ ਜਿਹੜੀ ਦ੍ਰਿਸ਼ਟੀ ਸੀ, ਜਿਹੜੇ ਨੇਤਰ ਸਨ, ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਤੇ ਟਿਕਾ ਲਏ ਹਨ। ਗਰਦਵ ਚੜਿਓ ਸਤਤ ਕੋ ਉਚਰਤ, ਕਿਰਪਾ ਨਿਦਾਨ ਨਾਮ ਤੁਮ ਗਾਏ। ਤੇ ਹੁਣ ਭਾਈ ਲੱਧਾ ਜੀ ਗਧੇ ਤੇ ਚੜੇ ਹੋਏ ਨੇ, ਨੇਤਰ ਆਪਣੇ ਸਤਿਗੁਰੂ ਦੇ ਚਰਨਾਂ ਤੇ
ਟਿਕਾਏ ਹੋਏ ਨੇ ਤੇ ਗਧੇ ਤੇ ਚੜੇ ਹੋਏ ਸਤਿਗੁਰੂ ਜੀ ਦੀ ਉਸਤਤ ਕਰ ਰਹੇ ਨੇ ਕਿ ਤੁਸੀਂ ਕਿਰਪਾ ਦੇ ਘਰ ਹੋ। ਤੇ ਕੀ ਉਸਤਤ ਕਰਦੇ ਆ? ਕਹਿ ਰਹੇ ਨੇ ਜੇਤਾ ਸਮੁੰਦ ਸਾਗਰ ਨੀਰ ਬਹੁ ਭਰਿਆ, ਜੇਤਾ ਸਮੁੰਦ ਸਾਗਰ ਨੀਰ ਬਹੁ ਭਰਿਆ, ਨੀਰ ਭਰਿਆ, ਇਹਦਾ ਸਮੁੰਦ ਸਾਗਰ ਨੀਰ ਭਰਿਆ। तेते अवगुण हमारे, तेते अवगुण हमारे, तेते अवगुण हमारे, तेते अवगुण हमारे। दया करो किश मेरे उपावो, दया करो किश मेरे उपावो, दया करो किच मेरे उपाव, दया करो किच मेरे उपाव। डुबदे पत्थर तारे, डुबदे पत्थर तारे, डुबदे पत्थर तारे, कि डुबदे पत्थर तारे। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੀ ਉਸਤਤ ਕਰ ਰਹੇ ਨੇ। ਕਿਰਪਾ ਦੇ ਘਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ कृपा निदान नाम तुम गाए, पतन पावन अदमे उदाहरण, गुरु गरीब निवाज अलाए। ਕਹਿਣ ਲੱਗੇ ਪਤਤਾਂ ਨੂੰ ਪਵਿੱਤਰ ਕਰਨ ਵਾਲੇ ਹੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਅਦਮ ਉਦਾਹਰਣ, ਵੱਡੇ ਵੱਡੇ ਪਾਪੀਆਂ ਦਾ ਉਧਾਰ ਕਰਨ ਵਾਲੇ ਹੋ ਤੁਸੀਂ। ਗੁਰੂ ਗਰੀਬ ਨਵਾਜ ਅਲਾਏ, ਗਰੀਬਾਂ ਨੂੰ ਨਵਾਜਣ ਵਾਲੇ ਹੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। दास बृंद बख्शिंद बिलंदे, चंद मनिंद आनंद ਤੇ उपाए। ਤੁਸੀਂ ਆਪਣੇ ਦਾਸਾਂ ਨੂੰ ਬਖਸ਼ਣ ਵਾਲੇ ਹੋ, ਛਿਣ ਦੇ ਵਿੱਚ ਬਖਸ਼ ਦਿੰਦੇ ਹੋ। ਆਪ ਜੀ ਦਾ ਸੁਭਾਅ ਸਦਾ ਹੀ ਦਿਆਲੂ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ ਔਗਣ ਕੋ ਨਾ ਚਿਤਾਰਦਾ। ਗਲ ਸੇਤੀ ਲਾਇਕ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਤੀ। ਬੌੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੈ। ਰਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਨ ਮੇਰਾ। ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਪੀ ਚੀਤ ਨਾ ਰੱਖ ਸਮਾਇਆ। ਸਤਿਗੁਰੂ ਪਾਤਸ਼ਾਹ ਤੁਸੀਂ ਆਪਣੇ ਸੇਵਕਾਂ ਨੂੰ ਸਦਾ ਹੀ ਬਖਸ਼ਣ ਵਾਲੇ ਹੋ, ਸਦਾ ਹੀ ਬਖਸ਼ ਲੈਂਦੇ ਹੋ ਛਿਣ ਦੇ ਵਿੱਚ, ਤੇ ਚੰਦ ਦੇ ਸਮਾਨ ਆਨੰਦ ਪੈਦਾ ਕਰਨ ਵਾਲੇ ਹੋ। रिस प्रसन्नता सफल तुम्हारी, छिमो भूल निज दास पछान। ਸਤਿਗੁਰੂ ਪਾਤਸ਼ਾਹ ਜੀ ਜੇ ਗੁੱਸੇ ਵਿੱਚ ਆ ਕੇ ਕੋਈ ਬਚਨ ਕਰਦੇ ਹੋ ਉਹ ਵੀ ਪੂਰਾ ਹੋ ਜਾਂਦਾ ਹੈ, ਤੇ ਜੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਬਚਨ ਕਰਦੇ ਹੋ ਉਹ ਵੀ ਪੂਰਾ ਹੁੰਦਿਆਂ ਦੇਰੀ ਨਹੀਂ ਲੱਗਦੀ। ਤੇ ਸ਼ਿਮੋ ਭੂਲ ਨਿਜ ਦਾਸ ਪਛਾਣ, ਆਪਣੇ ਦਾਸ ਜਾਣ ਕੇ ਹੋਈ ਭੁੱਲ ਦੀ ਪਾਤਸ਼ਾਹ ਖਿਮਾ ਕਰ ਦੇਵੋ। आज्ञा मान प्रथम की हिम किए, अपर सजाए उचित कुछ जान। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਆਪ ਜੀ ਦੀ ਆਗਿਆ ਸੀ, ਆਪ ਜੀ ਦਾ ਹੁਕਮ ਸੀ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਢੋਲ ਵਜਾ ਕੇ ਨਗਰ ਦੇ ਵਿੱਚ ਫੇਰਨ ਦਾ। ਉਹ ਆਗਿਆ ਮੈਂ ਆਪ ਜੀ ਦੀ ਪਾ ਕਰਕੇ ਉਸ ਆਗਿਆ ਨੂੰ ਮੰਨਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਹੀ ਇਹ ਕੰਮ ਕਰ ਲਿਆ। ਮੈਂ ਆਪ ਜੀ ਕੋਲ ਉਹਨਾਂ ਦੀ ਬੇਨਤੀ ਲੈ ਕੇ ਆਉਂਦਾ, ਤੁਸੀਂ ਮੇਰਾ ਮੂੰਹ ਕਾਲਾ ਕਰਦੇ, ਮੈਂ ਪਹਿਲਾਂ ਹੀ ਉਹ ਕੰਮ ਕਰਕੇ ਆਇਆ। ਉਹ ਕਾਰਜ ਕੰਮ ਜਿਹੜਾ ਮੂੰਹ ਕਾਲਾ ਕਰਕੇ ਗਧੇ ਤੇ ਸਵਾਰ ਹੋ ਕੇ ਆਇਆ। ਤੇ ਅਪਰ ਸਜਾਏ ਉਚਿਤ ਕੁਛ ਜਾਣ। ਸਤਿਗੁਰੂ ਪਾਤਸ਼ਾਹ ਜੀ ਜੇ ਕੁਝ ਹੋਰ ਵੀ ਉਚਿਤ ਜਾਣਦੇ ਹੋ, ਕੋਈ ਅਜੇ ਵੀ ਸਜ਼ਾ ਬਾਕੀ ਰਹਿੰਦੀ ਹੈ ਦੇਣ ਵਾਲੀ, ਤੇ ਪਾਤਸ਼ਾਹ ਉਹ ਸਜ਼ਾ ਵੀ ਮੈਨੂੰ ਦੇ ਦੇਵੋ। सो दीजै न देर करीजै, पुन मैं अर्ज गुजारन ठान। ਸਤਿਗੁਰੂ ਪਾਤਸ਼ਾਹ ਜੀ ਕੋਈ ਹੋਰ ਉਚਿਤ ਸਜ਼ਾ ਹੈ, ਜੇ ਆਪ ਜੀ ਜਾਣੋ ਕੋਈ ਹੋਰ ਉਚਿਤ ਸਜ਼ਾ ਇਸ ਤੋਂ ਵੀ, ਉਹ ਵੀ ਮੈਨੂੰ ਦੇ ਦੇਵੋ, ਉਹਦੇ ਵਿੱਚ ਵੀ ਦੇਰੀ ਨਾ ਕਰੋ। ਵੇਖੋ ਕਿੰਨਾ ਪਰਉਪਕਾਰ ਦੀ ਭਾਵਨਾ ਹੈ ਭਾਈ ਲੱਧਾ ਜੀ ਦੇ ਅੰਦਰ। ਇਹ ਕਥਾ ਨੂੰ ਸਰਵਣ ਕਰਕੇ
ਸਾਡੇ ਮਨ ਅੰਦਰ ਵੀ ਐਸੀ ਭਾਵਨਾ ਬਣਨੀ ਚਾਹੀਦੀ ਹੈ, ਪਰਉਪਕਾਰ ਦੀ ਬਿਰਤੀ ਸਾਡੇ ਮਨ ਅੰਦਰ ਵੀ ਬਣੇ ਕਿ ਜੇ ਕਿਸੇ ਤੋਂ ਕੋਈ ਭੁੱਲ ਗਲਤੀ ਹੋ ਗਈ ਹੈ, ਉਹਨੂੰ ਉਛਾਲਣ ਦੀ ਬਜਾਏ ਸਤਿਗੁਰੂ ਅੱਗੇ ਅਰਦਾਸ ਕਰਕੇ ਉਹਨੂੰ ਬਖਸ਼ਾ ਦਈਏ। ਤੇ ਹੁਣ ਕਹਿਣ ਲੱਗੇ ਜੇ ਕੋਈ ਹੋਰ ਸੁਝਾਅ ਵੀ ਉੱਤਮ ਲੱਗਦੀ ਹੈ, ਉਹ ਵੀ ਦੇਣ ਵਿੱਚ ਮੈਨੂੰ ਦੇਰੀ ਨਾ ਕਰੋ। ਉਹ ਸਜ਼ਾ ਪੂਰੀ ਕਰਕੇ ਫਿਰ ਮੈਂ ਜਿਹੜੀ ਅਰਜ਼ ਆਪ ਜੀ ਨੂੰ ਬੇਨਤੀ ਕਰਨ ਵਾਸਤੇ ਆਇਆ, ਉਹ ਸਜ਼ਾ ਨੂੰ ਪੂਰੀ ਕਰਕੇ ਫਿਰ ਮੈਂ ਆਪ ਜੀ ਕੋਲ ਬੇਨਤੀ ਕਰਾਂ। ਦੀਨ ਬੰਦ ਪ੍ਰਭ ਦਇਆ ਸਿੰਧ ਗੁਰ ਆ ਅੰਧੇ ਕੋ ਦੇ ਦ੍ਰਿਗ ਗਿਆਨ। ਸਤਿਗੁਰ ਜੀ ਆਪ ਜੀ ਦੀਨਾ ਬੰਧੂ ਹੋ, ਪ੍ਰਭ ਦਇਆ ਸਿੰਧ, ਤੁਸੀਂ ਦਇਆ ਦੇ ਸਮੁੰਦਰ ਹੋ ਸਤਿਗੁਰੂ ਜੀ। ਅੰਧੇ ਕੋ ਦੇ ਦ੍ਰਿਗ ਗਿਆਨ, ਤੁਸੀਂ ਬੁੱਧੀ ਦੇ ਅੰਨੇ ਨੂੰ ਗਿਆਨ ਦੀਆਂ ਅੱਖਾਂ ਬਖਸ਼ ਦੇਵੋ। ਬੁੱਧੀ ਦੇ ਅੰਨੇ ਤੇ ਕਿਰਪਾ ਕਰਕੇ ਗਿਆਨ ਦੇ ਨੇਤਰ ਬਖਸ਼ ਦੇਵੋ। ਸ਼੍ਰੀ ਅਰਜਨ ਅਵਲੋਕਨ ਕੀਨਤ ਲੋਚਨ ਜਲ ਪੂਰਨ ਹੋਏ ਆਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਭਾਈ ਲੱਦਾ ਜੀ ਦੇ ਕੋਲੋਂ ਐਸੀ ਨਿਮਰਤਾ ਭਰੇ ਸ਼ਬਦ ਸੁਨੇ, ਐਸੀ ਨਿਮਰਤਾ ਭਰੇ ਸ਼ਬਦ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨੇਤਰ ਜਲ ਦੇ ਨਾਲ ਭਰ ਆਏ ਹਨ। ਗੁਰ ਮਾਰੇ ਕੋ ਸਿੱਖ ਬਚਾਵੈ, ਸਿੱਖ ਮਾਰੈ ਤਿਸ ਨੈ ਕਿਤ ਥਾਏ। ਤੇ ਬਚਨ ਕੀਤਾ ਕਿ ਗੁਰੂ ਦੇ ਮਾਰੇ ਨੂੰ ਗੁਰੂ ਕਾ ਸਿੱਖ ਬਖਸ਼ਾ ਸਕਦਾ ਹੈ। ਬੋਲੇ ਸੋਨਿਆ। ਤੇ ਜਿਹਨੂੰ ਗੁਰੂ ਕਾ ਸਿੱਖ ਮਾਰ ਦੇਵੇ ਉਹਨੂੰ ਫਿਰ ਕੋਈ ਨਹੀਂ ਬਚਾ ਸਕਦਾ। ਉਹਦੇ ਵਾਸਤੇ ਫਿਰ ਕੋਈ ਥਾਂ ਨਹੀਂ ਕਿ ਉਹਨੂੰ ਕੋਈ ਬਚਾ ਲਵੇ। ਤਪਤ ਹਤੈ ਤਰੁ ਜਲ ਮਿਲ ਜੀਵੇ, ਜਲ ਤੇ ਹੱਥ ਹੋਏ ਤਬ ਸੁਸਕਾਏ। ਮੇਰੇ ਬਾਂਦੇ ਭਗਤ ਛਡਾਵੇ, ਬਾਂਧੈ ਭਗਤ ਨਾ ਛੂਟੈ ਮੋਏ। ਮੇਰੀ ਬੰਨੀ ਨੂੰ ਤਾਂ ਮੇਰੇ ਭਗਤ ਛਡਾ ਲੈਂਦੇ ਨੇ, ਪਰ ਭਗਤਾਂ ਦੀ ਬੰਨੀ ਉਹ ਮੇਰੇ ਤੋਂ ਵੀ ਨਹੀਂ ਛੁੱਟਦੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਗਰਮੀ ਜਿਹੜੀ ਹੈ ਉਹ ਬ੍ਰਿਸ਼ ਨੂੰ ਮਾਰਦੀ ਹੈ, ਗਰਮੀ ਜਿਹੜੀ ਹੈ ਉਹ ਰੁੱਖ ਨੂੰ ਮਾਰਦੀ ਹੈ। ਤੇ ਜੇਕਰ ਉਸ ਗਰਮੀ ਦੇ ਮਾਰੇ ਹੋਏ ਰੁੱਖ ਨੂੰ ਜਲ ਮਿਲ ਜਾਵੇ ਤੇ ਉਹ ਜੀਵਤ ਹੋ ਜਾਂਦਾ ਹੈ, ਹਰਾ ਭਰਾ ਹੋ ਜਾਂਦਾ ਹੈ। ਜਲ ਤੇ ਹੱਥ ਹੋਏ ਤਬ ਸੁਸਕਾਏ। ਤੇ ਜੇ ਜਲ ਹੀ ਉਹਨੂੰ ਮਾਰ ਦੇਵੇ ਤੇ ਜਲ ਦਾ ਮਾਰਿਆ ਰੁੱਖ ਫਿਰ ਉਹਨੂੰ ਕੋਈ ਬਚਾ ਨਹੀਂ ਸਕਦਾ। ਕਾਵ ਸੁਗਮ ਲਾਗੇ ਹੋਏ ਜੀਵਨ, ਛਲ ਤੇ ਬਚੈ ਨਾ ਪ੍ਰਾਨ ਨਸਾਏ। ਜੇ ਕਿਸੇ ਜੀਵ ਨੂੰ ਅਚਾਨਕ ਕੋਈ ਘਾਵ ਲੱਗ ਜਾਵੇ, ਜ਼ਖਮ ਆ ਜਾਵੇ ਤੇ ਉਹ ਜ਼ਖਮ ਰਾਜੀ ਹੋ ਜਾਂਦਾ ਹੈ, ਉਹ ਜੀਵ ਬਚ ਜਾਂਦਾ ਹੈ। ਤੇ ਜੇਕਰ ਛਲ ਕਰਕੇ ਕਪਟ ਕਰਕੇ ਉਹਦੇ ਤੇ ਕੋਈ ਵਾਰ ਕਰੇ ਤੇ ਉਹਦਾ ਛਲ ਕਰਕੇ ਕਪਟ ਕੀਤਾ ਹੋਇਆ ਜਿਹੜਾ ਵਾਰ ਹੈ ਉਹਦੇ ਤੋਂ ਜੀਵ ਨਹੀਂ ਬਚ ਸਕਦਾ, ਉਹਦੀ ਮੌਤ ਵੀ ਹੋ ਸਕਦੀ ਹੈ। ਸਿੱਖ ਸੰਗਤ ਕੋ ਇਮ ਸੁਨਾਏ ਕਰ, ਭਏ ਪ੍ਰੇਮ ਬਸ ਕਯੋ ਨਾ ਜਾਏ। ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਕਹਿ ਕੇ ਇਹ ਬਚਨ ਸੁਣਾਏ ਨੇ। ਤੇ ਬਚਨ ਸੁਣਾ ਕਰਕੇ ਐਸੇ ਪ੍ਰੇਮ ਦੇ ਵਸ ਹੋਏ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਜਲ ਜਿਹੜੇ ਉਹ ਨੇਤਰਾਂ ਦੇ ਵਿੱਚ ਜਲ ਭਰ ਆਇਆ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਅੱਗੋਂ ਹੋਰ ਕੁਝ ਨਹੀਂ ਬੋਲ ਸਕੇ। ਪੱਠੇ ਦਾਸ ਘਰ ਤੇ ਉਤਰਾਇਓ, ਪੁਨ ਇਸ਼ਨਾਨ ਨੀਕੇ ਕਰਵਾਏ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਕਹਿ ਕੇ ਗਧੇ ਤੇ ਸਵਾਰ ਹੋਏ ਭਾਈ ਲੱਦਾ ਜੀ ਨੂੰ ਨੀਚੇ ਉਤਰਵਾਇਆ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਲ ਮੰਗਵਾਇਆ ਇਸ਼ਨਾਨ ਕਰਵਾਉਣ ਦੇ ਵਾਸਤੇ। ਤੇ ਉਹ ਜਲ ਮੰਗਵਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਹਸਤ ਕਮਲ ਨੇ ਉਹਨਾਂ ਬਿਮਲ ਜਿਹੜੇ ਮੈਲ ਤੋਂ ਰਹਿਤ ਨੇ, ਐਸੇ ਉਹ ਬਿਮਲ ਹਸਤ ਕਮਲਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜਲ ਦੇ ਨਾਲ ਭਾਈ ਲੱਦਾ ਜੀ ਦਾ ਮੁਖ ਧੋਣਾ ਸ਼ੁਰੂ ਕੀਤਾ ਹੈ। ਇਹ ਤਾਂ ਇਸ਼ਾਰਾ ਹੀ ਸੀ। ਸਾਰੀਆਂ ਸਿੱਖ ਸੰਗਤਾਂ ਲੱਗ ਗਈਆਂ ਤੇ ਸਾਰਿਆਂ ਨੇ ਭਾਈ ਲੱਦਾ ਜੀ ਨੂੰ ਉਸ ਜਲ ਦੇ ਨਾਲ ਇਸ਼ਨਾਨ ਕਰਾਇਆ ਹੈ। ਪੱਟ ਪੈਰਾਏ ਨਿਕਟਬ ਆਇਓ,
ਗੁਰ ਪਗ ਪੰਕਜ ਰਹਿ ਲਪਟਾਏ। ਇਸ਼ਨਾਨ ਕਰਾ ਕੇ ਸੋਹਣੇ ਸੁੰਦਰ ਵਸਤਰ ਜਿਹੜੇ ਸਨ ਉਹ ਪਹਿਰਾਏ ਨੇ। ਦੇਖੋ ਭਾਵੇਂ ਭਾਈ ਲੱਦਾ ਜੀ ਨੇ ਆਪਣਾ ਮੂੰਹ ਕਾਲਾ ਕਰ ਲਿਆ, ਐਸਾ ਡਰਾਉਣਾ ਵੇਸ ਜਿਹੜਾ ਸੀ ਬਣਾ ਲਿਆ, ਪਰ ਉਸ ਕਾਲੇ ਵੇਸ ਦੇ ਥੱਲੇ, ਉਹਨੀਆਂ ਕਾਲੀਆਂ ਘਟਾਵਾਂ ਦੇ ਥੱਲੇ ਪ੍ਰੇਮ ਦਾ ਸੂਰਜ ਜਿਹੜਾ ਉਹ ਦਮਕਾ ਮਾਰ ਰਿਹਾ ਸੀ। ਪ੍ਰੇਮ ਨਾਲ ਹਿਰਦਾ ਜਿਹੜਾ ਸੀ ਉਹ ਭਾਈ ਲੱਦਾ ਜੀ ਦਾ ਭਰਿਆ ਹੋਇਆ ਸੀ। ਸਿੱਖ ਸੰਗਤਾਂ ਨੇ ਮਿਲ ਕੇ ਇਸ਼ਨਾਨ ਕਰਾਇਆ। ਇਸ਼ਨਾਨ ਕਰਵਾ ਕੇ ਤੇ ਸੋਹਣਾ ਸੁੰਦਰ ਜਿਹੜਾ ਦਮਕਾ ਮਾਰਦਾ ਚਿਹਰਾ ਨੀਚੋਂ ਨਿਕਲਿਆ, ਉਹ ਕਾਲਸ ਉਤਰੀ ਹੈ ਤੇ ਸੋਹਣੇ ਸੁੰਦਰ ਵਸਤਰ ਪਹਿਨਾਏ ਹਨ। ਸੋਹਣੇ ਸੁੰਦਰ ਵਸਤਰ ਪਹਿਨ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲਿਪਟ ਗਏ ਨੇ, ਘੁੱਟ ਕੇ ਚਰਨ ਸਾਹਿਬ ਦੇ ਪਕੜ ਲਏ ਹਨ। ਬੂਝਿਓ ਕਉ ਲੱਦਾ ਕਿਸ ਕਾਰਨ, ਇਹ ਅਨਬਨ ਤਨ ਵੇਖ ਬਣਾਏ। ਪੁੱਛਣ ਲੱਗੇ ਨੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਕਹਿਣ ਲੱਗੇ ਭਾਈ ਲੱਦਾ ਜੀ, ਕਿਹੜੀ ਐਸੀ ਅਨਹੋਣੀ ਦੇ ਕਾਰਨ, ਐਸੀ ਅਨਬਨ ਵਾਲੀ ਜਿਹੜੀ ਗੱਲ ਹੈ, ਕਿਸ ਕਾਰਨ ਤੁਸੀਂ ਇਹ ਜਿਹੜਾ ਵੇਸ ਦਾ ਸਰੀਰ ਤੇ ਧਾਰਨ ਕੀਤਾ, ਇਹ ਕਿਉਂ ਬਣਾਇਆ ਹੈ? ਤੁਮ ਅੰਤਰ ਜਾਮੀ ਸਭ ਜਾਨੋ, ਛਪੀ ਬਾਰਤਾ ਜਗ ਮੈਂ ਕੋਈ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਤੇ ਭਾਈ ਲੱਦਾ ਜੀ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਘਟ ਘਟ ਦੀਆਂ ਜਾਣਨ ਵਾਲਿਓ, ਤੁਮ ਅੰਤਰ ਜਾਮੀ ਸਤਿਗੁਰੂ ਜੀ, ਤੁਹਾਡੇ ਤੋਂ ਕੋਈ ਵੀ ਗੱਲ ਸੰਸਾਰ ਦੀ ਜਗਤ ਦੇ ਛੁਪੀ ਹੋਈ ਨਹੀਂ ਹੈ। ਆ ਗਿਆ ਮਾਨ ਤੋ ਮੈਂ ਪਾਖੋਂ, ਉਤੇ ਆਪ ਕੇ ਬਚ ਕੀਏ ਸੋਏ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਆਗਿਆ, ਇਹ ਜਿਹੜਾ ਮੈਂ ਵੇਸ ਧਾਰਨ ਕੀਤਾ ਸਰੀਰ ਤੇ, ਇਹ ਆਪ ਜੀ ਦੀ ਆਗਿਆ ਹੈ। ਆਪ ਜੀ ਦੀ ਆਗਿਆ ਦੇ ਅਨੁਸਾਰ ਹੀ ਮੈਂ ਇਹ ਵੇਸ ਧਾਰਨ ਕੀਤਾ ਹੈ। ਕਹਿ ਅਰਜ ਤਿਸ ਗਦੇ ਚੜਾਵੇਂ, ਮੁਖ ਕਾਰੋ ਠਾਣੇ ਬਿਕ ਲੋਏ। ਤੇ ਤੁਹਾਡਾ ਬਚਨ ਸੀ ਕਿ ਜਿਹੜਾ ਵੀ ਇਹਨਾਂ ਦੀ ਬੇਨਤੀ ਲੈ ਕੇ ਆਵੇਗਾ, ਇਹਨਾਂ ਦੀ ਅਰਜ਼ ਕਰੇਗਾ, ਉਹਦਾ ਮੂੰਹ ਕਾਲਾ ਕਰਕੇ ਗਧੇ ਤੇ ਚੜਾਵਾਂਗੇ, ਢੋਲ ਵਜਾਵਾਂਗੇ, ਜਿਹਨੂੰ ਸਾਰੇ ਨਗਰ ਦੇ ਲੋਕ ਵੇਖਣਗੇ। ਮੈਂ ਰਾਵਰ ਕੇ ਬਚਨ ਕਮਾਏ, ਪੂਰਬ ਕਰ ਕੁਬੇਕ ਫਿਰ ਆਏ। ਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਕੋਲ ਆਉਣ ਤੋਂ ਪਹਿਲਾਂ ਮੈਂ ਆਪ ਜੀ ਦੇ ਬਚਨ ਕਮਾਏ ਨੇ। ਆਪ ਜੀ ਦੇ ਬਚਨ ਕਮਾ ਕੇ ਸਾਰੇ ਨਗਰ ਦੇ ਵਿੱਚ ਫਿਰ ਕੇ, ਗਲੀ ਗਲੀ ਵਿੱਚ ਜਾ ਕੇ ਫਿਰ ਆਪ ਜੀ ਦੇ ਕੋਲ ਚੱਲ ਕੇ ਆਇਆ ਹਾਂ। ਅਰਜ਼ ਕਰੋ ਪਛਾਤ ਕਿਰਪਾ ਨਿਧ, ਸੁਨੋ ਗੁਰੂ ਬਖਸ਼ਿੰਦ ਸੁਭਾਏ। ਤੇ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦੇ ਬਚਨ ਮੰਨ ਕੇ, ਆਪ ਜੀ ਦੀ ਆਗਿਆ ਦਾ ਪਾਲਣ ਕਰਕੇ, ਸਾਰਾ ਉਹ ਕੁਛ ਕਰਨ ਤੋਂ ਬਾਅਦ ਹੁਣ ਮੈਂ ਆਪ ਜੀ ਦੇ ਕੋਲ ਅਰਜ਼ ਕਰਦਾ, ਕਿਰਪਾ ਨਿਧ, ਕਿਰਪਾ ਦੇ ਘਰ ਸਤਿਗੁਰੂ ਬਖਸ਼ੰਦ ਸਤਿਗੁਰੂ ਜੀ, ਹੁਣ ਜਿਹੜੀ ਮੇਰੀ ਅਰਜ਼ ਹੈ ਉਹ ਆਪ ਜੀ ਸੁਣਨਾ ਕਰੋ। ਸੱਤਾ ਅਰ ਬਲਵੰਡ ਦੁਖਤ, ਦੀਨ ਚਿਤ ਮੈਂ ਗਰਭ ਗਇਓ ਬਿਨ ਸਾਏ। ਸਤਿਗੁਰੂ ਜੀ ਤੁਹਾਡੇ ਘਰ ਵੱਲੋਂ ਤਰਕਾਰੇ ਹੋਏ, ਤੁਹਾਡੇ ਪ੍ਰੇਮ ਜਿਹੜਾ ਹੈ, ਤੁਹਾਡੇ ਪ੍ਰੇਮ ਦੇ ਜਿਹੜੇ ਨਿੰਦਕ ਨੇ, ਉਹਨਾਂ ਨੂੰ ਬਖਸ਼ਾਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਭਾਈ ਬਲਵੰਡਾ ਤੇ ਭਾਈ ਸੱਤਾ ਬੜੇ ਜੋ ਦੁਖੀ ਤੇ ਦੀਨ ਹੋਏ, ਲਾਚਾਰ ਹੋ ਕੇ ਫਿਰਦੇ ਨੇ। ਸਤਿਗੁਰੂ ਜੀ ਉਹਨਾਂ ਦੇ ਹਿਰਦੇ ਦਾ ਹੁਣ ਹੰਕਾਰ ਜਿਹੜਾ ਉਹ ਚਲਾ ਗਿਆ ਹੈ। ਭਏ ਰੰਗ ਰੋਗੀ ਬਹੁ ਆਦਰ, ਹੋਤ ਦੀਨ ਜਿਸ ਕਿਸ ਪੈ ਜਾਏ। ਤੇ ਹੁਣ ਕੰਗਾਲ ਹੋ ਗਏ, ਸਰੀਰ ਤੇ ਰੋਗ ਆ ਗਿਆ ਤੇ ਆਤਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੀਨ ਹੋ ਕੇ ਹੁਣ ਥਾਂ ਥਾਂ ਤੇ ਧੱਕੇ ਖਾ ਰਹੇ ਨੇ। ਤੇ ਹੁਣ ਕਿਰਪਾ ਕਰੋ, ਉਹ ਅਰਜ਼ ਲੈ ਕੇ, ਉਹ ਬੇਨਤੀ ਮੈਂ ਲੈ ਕੇ ਆਪ ਜੀ ਕੋਲ ਆਇਆ। ਬੋਲ ਛਿਮਾਪਨ ਕਰੋ ਗੁਰੂ ਜੀ, ਨਿਜ ਪਗ ਪੰਕਜ ਲਿਓ ਮਿਲਾਏ। ਹੁਣ ਉਹ ਬੇਨਤੀ ਨੂੰ ਮੰਨ ਕਰਕੇ ਸਤਿਗੁਰੂ ਪਾਤਸ਼ਾਹ ਉਹਨਾਂ ਭੁੱਲਿਆ ਹੋਇਆਂ ਨੂੰ ਬਖਸ਼ ਲਵੋ,
ਤੇ ਉਹਨਾਂ ਦੀ ਭੁੱਲ ਦੀ ਖਿਮਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲਵੋ। ਕਿਵੇਂ ਹੁਣ ਆਪਣੀ ਬੇਨਤੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਕੇ ਇਹਨਾਂ ਦੀ ਭੁੱਲ ਬਖਸ਼ਾਉਂਦੇ ਨੇ, ਕਿਵੇਂ ਸਤਿਗੁਰੂ ਜੀ ਇਹਨਾਂ ਨੂੰ ਘਰ ਤੋਂ ਬੁਲਾ ਕੇ ਇਹਨਾਂ ਦੀ ਭੁੱਲ ਬਖਸ਼ਦੇ ਨੇ ਤੇ ਸਰੀਰ ਦਾ ਰੋਗ ਦੂਰ ਕਰਦੇ ਨੇ।